ਇੰਟੈਲੀਜੈਂਟ ਲੋਕੀ ਜਿਹੜੇ ਸੀਗੇ, ਜਿਹੜੇ ਜੀਨੀਅਸ ਸਾਇੰਟਿਸਟ ਸੀਗੇ, ਉਹਨਾਂ ਨੂੰ ਆਟਿਜ਼ਮ ਸੀਗਾ। ਜਿੱਦਾਂ ਕਹਿੰਦੇ ਸੀ ਆਇਨਸਟਾਈਨ ਨੂੰ ਆਟਿਜ਼ਮ ਸੀਗਾ, ਬਿਲ ਗੇਟਸ ਨੂੰ ਆਟਿਜ਼ਮ, ਤੇ ਇਹ ਤਾਂ ਸਾਰੇ ਜੀਨੀਅਸ ਲੋਕੀ ਨੇ। ਤੇ ਸਾਡੇ ਬੱਚਿਆਂ 'ਚ ਵੀ ਕੋਈ ਸ਼ਮਤਾ ਹੈ, ਅਸੀਂ ਉਹਨੂੰ ਲੱਭਣਾ, ਉਹਨੂੰ ਦੇਖਣਾ ਤੇ ਉਹਨਾਂ ਨੂੰ ਅੱਗੇ ਟ੍ਰੇਨ ਕਰਨਾ। ਇਹ ਸੋਚ ਦੀ ਸੋਚ ਸ਼ੁਰੂ ਹੋਈ ਮੇਰੇ ਆਪਣੇ ਬੇਟੇ ਦੇ ਨਾਲ, ਤੇ 2004 ਦੇ ਵਿੱਚ ਜਦੋਂ ਇਹ ਗੱਲ ਸਾਨੂੰ ਪਤਾ ਲੱਗਿਆ ਕਿ ਇਹਨੂੰ ਆਟਿਜ਼ਮ ਹੈਗਾ, ਤੇ ਇਸ ਜਰਨੀ ਨੇ ਸਾਨੂੰ ਪਹਿਲਾਂ ਆਪਾਂ ਦਿੱਲੀ ਗਏ, ਉੱਥੇ ਆਟਿਜ਼ਮ ਦੇ ਬਾਰੇ ਸਿੱਖਿਆ, ਤੇ ਜਦੋਂ ਸਿੱਖਿਆ ਤੇ ਪਤਾ ਸੋਚਿਆ ਕਿ ਹੁਣ ਆਪਣੇ ਬੱਚੇ ਲਈ ਕੁਝ ਬਣਾਉਣਾ ਹੈਗਾ। ਤੇ ਫਿਰ ਅਸੀਂ ਇੱਥੇ ਵਾਪਸ ਜਲੰਧਰ ਆਏ। ਜਲੰਧਰ ਆ ਕੇ ਅਸੀਂ ਇਹ ਸੋਚਿਆ ਕਿ ਹੁਣ ਇੱਥੇ ਆਪਣੇ ਬੱਚੇ ਲਈ ਤੇ ਉਹਦੇ ਵਰਗੇ ਬਾਕੀ ਬੱਚਿਆਂ ਲਈ ਕੁਝ ਜ਼ਰੂਰ ਕਰਨਾ ਹੈ। ਇੱਦਾਂ ਹੋ ਸਕਦਾ ਹੈ ਕਿ ਜਿੱਦਾਂ ਬੱਚਾ ਨਾਰਮਲ ਟਾਈਪ ਦਾ ਖੇਲ ਵੀ ਨਹੀਂ ਖੇਲ ਰਿਹਾ, ਉਹਨਾਂ ਦਾ ਜਿਹੜਾ ਖੇਲ ਹੈ ਉਹ ਬੜਾ ਇੱਕ ਸੀਮਿਤ ਤਰੀਕੇ ਦਾ ਖੇਲ ਹੈ। ਇੱਕ ਹੀ ਚੀਜ਼ ਨੂੰ ਦੁਬਾਰਾ ਦੁਹਰਾਉਂਦਾ ਹੈ। ਆਵਾਜ਼ ਤੰਗ ਕਰਦੀ ਹੈ ਬੱਚਿਆਂ ਨੂੰ, ਬਹੁਤ ਡਿਸਟਰਬ ਹੋ ਜਾਂਦੇ ਆਵਾਜ਼ ਨਾਲ, ਕਿਸੇ ਬਦਲਾਵ ਨਾਲ, ਕਈ ਲਾਈਟਾਂ ਨਾਲ। ਜੇ ਤੁਹਾਨੂੰ ਛੋਟੇ 2-3 ਸਾਲ ਦੇ ਬੱਚਿਆਂ 'ਚ ਇਹ ਚੀਜ਼ਾਂ ਦਿਖਣ ਤੇ ਡੈਫੀਨਿਟਲੀ ਫਿਰ ਅਸੀਂ ਆਟਿਜ਼ਮ ਦੇ ਬਾਰੇ ਵੀ ਸੋਚਦੇ ਹਾਂ। ਸੋਚ 2008 'ਚ ਸ਼ੁਰੂ ਹੋਇਆ ਸੀ। ਉਹਦੇ ਬਾਅਦ ਹੁਣ ਤੱਕ ਅਸੀਂ ਕੁਝ 300+ ਫੈਮਲੀਜ਼ ਨੂੰ ਸਪੋਰਟ ਕਰ ਰਹੇ ਹਾਂ। ਬੱਚਿਆਂ ਨੂੰ ਸਾਂਭਣ ਲਈ, ਬੱਚਿਆਂ ਨੂੰ ਚੰਗੀ ਤਰ੍ਹਾਂ ਅੱਗੇ ਵਧਾਉਣ ਲਈ। ਤੇ ਅਸੀਂ ਇਹ ਸੋਚਿਆ ਕਿ ਫਿਰ ਕਿਉਂ ਨਾ ਅਸੀਂ ਮਦਰਸ ਦੀ ਟ੍ਰੇਨਿੰਗ ਕਰਨ, ਤਾਂ ਕਿ ਮਦਰਸ ਘਰ ਜਾ ਕੇ ਆਪਣੇ ਬੱਚਿਆਂ ਨੂੰ ਦੇਖ ਸਕਣ, ਉਹਨਾਂ ਦੀ ਹੋਮ ਸਕੂਲਿੰਗ ਕਰਨ। ਇਸ ਦੇ ਨਾਲ ਕੀ ਹੁੰਦਾ ਹੈ ਕਿ ਬੱਚਾ ਕਦੇ ਵੀ ਪਿੱਛੇ ਨਹੀਂ ਜਾਂਦਾ। ਫਿਰ ਆਟਿਜ਼ਮ 'ਚ ਪ੍ਰੋਗਰੈਸ ਬੜੀ ਹੁੰਦੀ ਹੈ। ਇੰਡੀਆ ਦੇ ਵਿੱਚ ਨਾ ਇੱਕ ਬਹੁਤ ਵੱਡੀ ਚੀਜ਼ ਆ ਜਾਂਦੀ ਹੈ ਕਿ ਜਿਹੜੇ ਪੇਰੈਂਟਸ ਨੇ ਉਹ ਮੰਨਦੇ ਨਹੀਂ ਕਿ ਸਾਡੇ ਬੱਚੇ ਨੂੰ ਕੋਈ ਸਾਈਕੋਲੋਜੀਕਲ ਸਟੇਟ ਫੇਸ ਕਰਨੀ ਪੈ ਰਹੀ ਹੋਊਗੀ। ਪਹਿਲਾਂ ਆਪਣੇ ਬੱਚੇ ਦੀ ਜੇ ਗੱਲ ਕਰੀਏ ਤੇ ਲੋਕਾਂ ਨੂੰ ਬਹੁਤ ਸਮਝਾਉਣਾ ਪਿਆ, ਬਟ ਮੈਂ ਆ ਵੀ ਦੇਖਿਆ ਕਿ ਜਦੋਂ ਸਮਝਾਉਣ ਚੱਲੀਏ ਤੇ ਲੋਕੀ ਸਮਝ ਵੀ ਜਾਂਦੇ ਆ। ਜੇ ਸੋਚ ਹੈ ਤੇ ਸ਼ਮਤਾ ਹੈ, ਕਿਉਂਕਿ ਕੁਝ ਫੈਮਲੀਜ਼ ਜਦੋਂ ਸਾਡੇ ਕੋਲ ਆਈਆਂ, ਇਟ ਵਾਸ ਵੈਰੀ ਸੈਡ ਕਿ ਉਹ ਕਿਸੇ ਮੈਡੀਕਲ ਪ੍ਰੋਫੈਸ਼ਨਲ ਤੋਂ ਹੀ ਮਿਲ ਕੇ ਆਈਆਂ, ਬਟ ਉਹ ਮੈਡੀਕਲ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਅੱਗੇ ਕਹਿਤਾ ਕੋਈ ਹੋਪ ਹੀ ਨਹੀਂ ਹੈ। ਇਨਫੈਕਟ ਮੇਰੇ ਡਾਕਟਰ ਨੇ ਮੈਨੂੰ ਆ ਗੱਲ ਕਹੀ ਸੀ ਕਿ ਤੁਹਾਡੇ ਬੱਚੇ ਲਈ ਕੋਈ ਹੋਪ ਨਹੀਂ ਹੈ। ਹੋਪ ਹੈ, ਬਹੁਤ ਇੱਕ ਅਲੱਗ ਰਸਤਾ ਹੈ, ਲੇਕਿਨ ਬਹੁਤ ਅੱਛਾ ਤੇ ਬਿਊਟੀਫੁਲ ਰਸਤਾ ਹੈ ਅੱਗੇ ਜਾ ਕੇ। ਤੇ ਜਸਟ ਐਜ਼ ਲੌਂਗ ਐਜ਼ ਸਾਨੂੰ ਸਮਝ ਹੋਏ ਕਿ ਉਹਨਾਂ ਦੀ ਕੀ ਕੰਡੀਸ਼ਨ ਹੈ, ਦੈਨ ਦੇ ਆਰ ਏਬਲ ਟੂ ਫੰਕਸ਼ਨ ਵੈਰੀ ਵੈਲ। 300+ ਫੈਮਲੀਜ਼ ਨੂੰ ਸਪੋਰਟ ਕਰ ਰਹੇ ਹਾਂ। ਉਹ ਇੰਨੇ ਹੈਰਾਨ ਹੋਏ ਕਿ ਜਿਹੜਾ ਬੱਚਾ ਮੈਂ ਪਹਿਲਾਂ ਸਾਂਭ ਨਹੀਂ ਸਕਦੀ ਸੀ, ਉਹ ਇੱਕ ਹਫ਼ਤੇ 'ਚ ਕੁਰਸੀ ਤੇ ਬੈਠ ਰਿਹਾ ਹੈ, ਗੱਲ ਸੁਣ ਰਿਹਾ ਹੈ, ਘਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਹੈ। ਬਿਕੋਜ਼ ਇਟ ਇਜ਼ ਆਲ ਜਸਟ ਅਬਾਊਟ ਅੰਡਰਸਟੈਂਡਿੰਗ ਕਿ ਉਹ ਕਿੱਦਾਂ ਕੰਮ ਕਰਦੇ ਹੈ, ਉਹਨਾਂ ਨੂੰ ਕਿੱਦਾਂ ਗੱਲ ਸਮਝ ਆਉਂਦੀ ਹੈ। ਜੇ ਸਾਨੂੰ ਸਮਝ ਆ ਜਾਏ ਤਾਂ ਫਿਰ ਇਟਸ ਨਾਟ ਅ ਪ੍ਰੋਬਲਮ ਐਟ ਆਲ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ ਤੇ ਗੱਲ ਕਰਦੇ ਹਾਂ ਸੋਚ ਦੀ। ਸੋਚ ਬਹੁਤ ਵੱਡੀ ਚੀਜ਼ ਹੈਗੀ ਹੈ। ਜੇਕਰ ਅਸੀਂ ਸੋਚ ਲਈਏ, ਇੱਕ ਟੀਚਾ ਮਿੱਥ ਲਈਏ, ਤੇ ਸੋਚ ਉਹ 'ਚ ਬਹੁਤ ਵੱਡਾ ਆਪਣਾ ਰੋਲ ਅਦਾ ਕਰਦੀ ਹੈ ਕਿ ਕਿੱਥੇ ਤੱਕ ਅਸੀਂ ਪਹੁੰਚਣਾ ਆ ਤੇ ਆਪਣੇ ਏਮ ਨੂੰ ਕਿਸ ਤਰੀਕੇ ਨਾਲ ਹਾਸਿਲ ਕਰਨਾ ਆ। ਸੋਚ ਸਾਨੂੰ ਚੰਗੇ ਲੇਖਾਂ ਵੱਲ ਵੀ ਲਾ ਸਕਦੀ ਹੈ ਤੇ ਮਾੜੇ ਲੇਖਾਂ ਵੱਲ ਵੀ ਲਾ ਸਕਦੀ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਸੋਚ ਚੰਗੀ ਰਹਿਣੀ ਚਾਹੀਦੀ ਹੈ। ਵੱਡੇ ਬਜ਼ੁਰਗ ਕਹਿ ਕੇ ਗਏ ਨੇ, ਚੰਗੀ ਸੋਚ ਰੱਖੋਗੇ, ਚੰਗੀ ਮੱਤ ਰੱਖੋਗੇ ਤਾਂ ਚੰਗੇ ਲੇਖਾਂ ਵੱਲ ਲੱਗੋਗੇ। ਉਸੇ ਤਰੀਕੇ ਨਾਲ ਅੱਜ ਤੁਹਾਡੀ ਜਿਹੜੀ ਜਾਣ ਪਛਾਣ ਹੈਗੀ ਹੈ, ਇੱਕ ਅਜਿਹੇ ਇਨਸਾਨ ਨਾਲ ਕਰਵਾਵਾਂਗੇ ਜਿਨੇ ਆਪਣੀ ਸੋਚ ਨਾਲ ਇੱਕ NGO ਸ਼ੁਰੂ ਕੀਤਾ ਜਿਹਦਾ ਨਾਂ ਰੱਖਿਆ ਸੋਚ। ਅੰਜਲੀ ਦਾਦਾ ਜੀ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਕਰਦੇ ਹਾਂ ਸਵਾਗਤ, ਬਹੁਤ-ਬਹੁਤ ਸਵਾਗਤ ਅੰਜਲੀ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਅੰਜਲੀ ਜੀ, ਜੇਕਰ ਗੱਲ ਕਰਦੇ ਹਾਂ ਸੋਚ ਦੀ, ਸੋਚ NGO ਆ ਤੁਹਾਡਾ ਜਿਹਦੇ ਵਿੱਚ ਆਟਿਸਟਿਕ ਜਿਹੜੇ ਚਾਈਲਡ ਨੇ ਉਹਨਾਂ ਦੇ ਨਾਲ ਡੀਲ ਕੀਤੀ ਜਾਂਦੀ ਹੈਗੀ ਹੈ। ਪਹਿਲਾਂ ਤਾਂ ਇਹ ਦੱਸੋ ਕਿ ਸੋਚ ਦੀ ਸੋਚ ਕਿੱਥੋਂ ਆਈ? ਇਹ ਸੋਚ ਦੀ ਸੋਚ ਸ਼ੁਰੂ ਹੋਈ ਮੇਰੇ ਆਪਣੇ ਬੇਟੇ ਦੇ ਨਾਲ, ਕਿਉਂਕਿ ਉਹਨੂੰ ਵੀ ਆਟਿਜ਼ਮ ਹੈਗਾ। ਐਂਡ ਜਦੋਂ ਸਾਨੂੰ ਇਹਦੇ ਬਾਰੇ ਪਤਾ ਲੱਗਿਆ ਤੇ ਇੱਥੇ ਜਲੰਧਰ ਵਿੱਚ ਉਸ ਟਾਈਮ ਕੋਈ ਮਦਦ ਨਹੀਂ ਸੀ ਆਟਿਜ਼ਮ ਦੇ ਲਈ। ਤੇ ਇਹ ਕਰੀਬਨ ਅਸੀਂ 2004 ਦੀ ਗੱਲ ਕਰ ਰਹੇ ਹਾਂ। ਤੇ 2004 ਦੇ ਵਿੱਚ ਜਦੋਂ ਇਹ ਗੱਲ ਸਾਨੂੰ ਪਤਾ ਲੱਗਿਆ ਕਿ ਇਹਨੂੰ ਆਟਿਜ਼ਮ ਹੈਗਾ, ਤੇ ਇਸ ਜਰਨੀ ਨੇ ਸਾਨੂੰ ਪਹਿਲਾਂ ਆਪਾਂ ਦਿੱਲੀ ਗਏ, ਉੱਥੇ ਆਟਿਜ਼ਮ ਦੇ ਬਾਰੇ ਸਿੱਖਿਆ,
ਤੇ ਜਦੋਂ ਸਿੱਖਿਆ ਤੇ ਪਤਾ ਸੋਚਿਆ ਕਿ ਹੁਣ ਆਪਣੇ ਬੱਚੇ ਲਈ ਕੁਝ ਬਣਾਉਣਾ ਹੈਗਾ, ਤੇ ਜੇ ਆਪਣੇ ਬੱਚੇ ਲਈ ਕੁਝ ਬਣਾਉਣਾ ਹੈਗਾ ਤੇ ਅੱਗੇ ਜਾ ਕੇ ਫਿਰ ਕਿੱਥੇ ਤੱਕ ਕਿੱਦਾਂ ਸ਼ੁਰੂ ਕਰੀਏ। ਤੇ ਫਿਰ ਅਸੀਂ ਇੱਥੇ ਵਾਪਸ ਜਲੰਧਰ ਆਏ। ਜਲੰਧਰ ਆ ਕੇ ਅਸੀਂ ਇਹ ਸੋਚਿਆ ਕਿ ਹੁਣ ਇੱਥੇ ਆਪਣੇ ਬੱਚੇ ਲਈ ਤੇ ਉਹਦੇ ਵਰਗੇ ਬਾਕੀ ਬੱਚਿਆਂ ਲਈ ਕੁਝ ਜ਼ਰੂਰ ਕਰਨਾ ਹੈ, ਤਾਂ ਕਿ ਉਹਨਾਂ ਨੂੰ ਵੀ ਇੱਕ ਜਗ੍ਹਾ ਮਿਲੇ ਜਿੱਥੇ ਉਹਨਾਂ ਨੂੰ ਲੋਕ ਚੰਗੀ ਤਰ੍ਹਾਂ ਸਮਝਣ, ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਤੇ ਉਹਨਾਂ ਦੀ ਟ੍ਰੇਨਿੰਗ ਵੀ ਹੋ ਪਾਏ, ਕਿਉਂਕਿ ਔਟਿਜ਼ਮ 'ਚ ਟ੍ਰੇਨਿੰਗ ਹੀ ਸਭ ਤੋਂ ਜ਼ਿਆਦਾ ਕੰਮ ਆਉਂਦੀ ਹੈ। ਮੈਮ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਔਟਿਜ਼ਮ ਦੀ, ਲੋਕ ਜਾਣਦੇ ਤਾਂ ਨੇ ਕਿ ਔਟਿਜ਼ਮ ਇੱਕ ਮੈਂਟਲ ਸਟੇਟ ਹੈਗੀ ਹੈ, ਲੇਕਿਨ ਇਹਦੇ ਬਾਰੇ ਲੋਕ ਜ਼ਿਆਦਾ ਅਵੇਅਰ ਨਹੀਂ ਹੈਗੇ। ਔਟਿਜ਼ਮ ਹੁੰਦਾ ਕੀ ਹੈ, ਇਸ ਵਿੱਚ ਬੱਚਿਆਂ ਨੂੰ ਦਿੱਕਤ ਕੀ ਹੁੰਦੀ ਹੈ? ਔਟਿਜ਼ਮ ਇਸ ਵੇਲੇ ਸੰਖਿਆ ਤਾਂ ਬਹੁਤ ਜ਼ਿਆਦਾ ਚੱਲ ਰਹੀ ਹੈ ਔਟਿਜ਼ਮ ਦੀ। ਆਲਮੋਸਟ ਤੁਸੀਂ ਕਹਿ ਲਓ 50 ਵਿੱਚ ਇੱਕ ਬੱਚੇ ਨੂੰ ਔਟਿਜ਼ਮ ਹੈਗਾ। ਬਟ ਤੁਸੀਂ ਰਾਈਟ ਇੱਕ ਗੱਲ ਬਹੁਤ ਅੱਛੀ ਕਹੀ ਕਿ ਲੋਕਾਂ ਨੂੰ ਜ਼ਿਆਦਾ ਇਹਦੀ ਜਾਣਕਾਰੀ ਨਹੀਂ ਹੈ। ਤੇ ਪੁਰਾਣੇ ਜ਼ਮਾਨੇ 'ਚ ਸ਼ਾਇਦ ਔਟਿਜ਼ਮ ਨੂੰ ਝੱਲੇ ਕਹਿ ਕੇ ਵੀ ਪਾਸ ਕਰ ਦਿੰਦੇ ਸੀ ਲੋਕੀ। ਬਟ ਜੇ ਔਟਿਜ਼ਮ ਦੇ ਬਾਰੇ ਅਸੀਂ ਅਵੇਅਰਨੈਸ ਕ੍ਰੀਏਟ ਕਰਨਾ ਚਾਹਵਾਂ ਤਾਂ ਇੱਕੋ ਹੀ ਗੱਲ ਅਸੀਂ ਕਹਿਣਗੇ ਕਿ ਪਹਿਲੇ 2-3 ਸਾਲ ਵਿੱਚ ਬੱਚਿਆਂ ਨੂੰ ਓਬਜ਼ਰਵ ਕਰਨਾ ਬੜਾ ਜ਼ਰੂਰੀ ਹੈਗਾ। ਜੇ ਬੱਚਾ ਦੂਜੇ ਬੱਚਿਆਂ ਨਾਲ ਘੁਲ ਮਿਲ ਨਹੀਂ ਰਿਹਾ, ਆਈ ਕੰਟੈਕਟ ਨਹੀਂ ਕਰ ਰਿਹਾ, ਤੁਹਾਨੂੰ ਲੱਗਦਾ ਹੈ ਕਿ ਕਦੇ ਗੱਲ ਸੁਣਦਾ ਹੈ ਕਦੇ ਨਹੀਂ ਸੁਣਦਾ, ਸ਼ਾਇਦ ਹੀਅਰਿੰਗ ਟੈਸਟ ਕਰਾਉਣ ਦੀ ਲੋੜ ਹੈ। ਇੱਦਾਂ ਹੋ ਸਕਦਾ ਹੈ ਕਿ ਜਿੱਦਾਂ ਬੱਚਾ ਨਾਰਮਲ ਟਾਈਪ ਦਾ ਖੇਲ ਵੀ ਨਹੀਂ ਖੇਲ ਰਿਹਾ, ਉਹਨਾਂ ਦਾ ਜਿਹੜਾ ਖੇਲ ਹੈ ਉਹ ਬੜਾ ਇੱਕ ਸੀਮਿਤ ਤਰੀਕੇ ਦਾ ਖੇਲ ਹੈ। ਇੱਕ ਹੀ ਚੀਜ਼ ਨੂੰ ਦੁਬਾਰਾ ਦੁਬਾਰਾ ਦੁਹਰਾਉਂਦਾ ਹੈ, ਰੂਟੀਨ ਬੜੇ ਪਸੰਦ ਹੈ। ਇਹਦੇ ਇਲਾਵਾ ਜਿੱਦਾਂ ਕਈ ਵਾਰੀ ਆਵਾਜ਼ ਤੰਗ ਕਰਦੀ ਹੈ ਬੱਚਿਆਂ ਨੂੰ, ਬਹੁਤ ਡਿਸਟਰਬ ਹੋ ਜਾਂਦੇ ਆਵਾਜ਼ ਨਾਲ, ਕਿਸੇ ਬਦਲਾਵ ਨਾਲ, ਕਿ ਕਈ ਲਾਈਟਾਂ ਨਾਲ। ਜੇ ਤੁਹਾਨੂੰ ਛੋਟੇ 2-3 ਸਾਲ ਦੇ ਬੱਚਿਆਂ 'ਚ ਇਹ ਚੀਜ਼ਾਂ ਦਿਖਣ ਤੇ ਡੈਫੀਨਿਟਲੀ ਫਿਰ ਅਸੀਂ ਔਟਿਜ਼ਮ ਦੇ ਬਾਰੇ ਵੀ ਸੋਚਦੇ ਹਾਂ ਹੁਣ। ਮੈਮ ਤੁਹਾਡੀ ਜਿਹੜੀ NGO ਹੈਗੀ ਸੋਚ, ਤੁਹਾਡੇ ਕੋਲ ਕਿੰਨੇ ਕੁ ਬੱਚੇ ਨੇ ਜਿਹੜੇ ਤੁਹਾਡੇ ਨਾਲ ਇਸ ਵਕਤ ਲਿੰਕਡ ਨੇ? ਕਿੰਨੇ ਕੁ ਬੱਚੇ ਤੁਹਾਡੇ ਕੋਲ ਆਉਂਦੇ ਨੇ? ਜੀ ਸੋਚ 2008 'ਚ ਸ਼ੁਰੂ ਹੋਇਆ ਸੀ। ਉਹਦੇ ਬਾਅਦ ਹੁਣ ਤੱਕ ਅਸੀਂ ਕੁਝ 300+ ਫੈਮਲੀਜ਼ ਨੂੰ ਸਪੋਰਟ ਕਰ ਰਹੇ ਹਾਂ। ਅਤੇ ਸਾਡਾ ਏਮ ਇਹ ਸੀ ਕਿ ਬੱਚੇ ਤਾਂ ਅਸੀਂ ਟ੍ਰੇਨ ਕਰਦੇ ਹੀ ਕਰਦੇ ਹਾਂ, ਬਟ ਜਿਹੜੀ ਸੋਚ ਦੀ ਸਭ ਤੋਂ ਮੇਨ ਟ੍ਰੇਨਿੰਗ ਇੱਕ ਹੋਰ ਜਿਹੜੀ ਹੈਗੀ ਹੈ ਉਹ ਹੈਗੀ ਹੈ ਮਦਰ ਟ੍ਰੇਨਿੰਗ। ਬਿਕੋਜ਼ ਜਿੱਦਾਂ ਦਾ ਹੁਣ ਇੰਡੀਅਨ ਸਿਨੈਰੀਓ ਹੈ, ਹਰ ਏਰੀਆ ਦੇ ਵਿੱਚ ਇਨਫਰਾਸਟਰਕਚਰ ਨਹੀਂ ਹੈ ਬੱਚਿਆਂ ਨੂੰ ਸਾਂਭਣ ਲਈ, ਬੱਚਿਆਂ ਨੂੰ ਚੰਗੀ ਤਰ੍ਹਾਂ ਅੱਗੇ ਵਧਾਉਣ ਲਈ। ਅਤੇ ਅਸੀਂ ਇਹ ਸੋਚਿਆ ਕਿ ਫਿਰ ਕਿਉਂ ਨਾ ਅਸੀਂ ਮਦਰਸ ਦੀ ਟ੍ਰੇਨਿੰਗ ਕਰਨ, ਤਾਂ ਕਿ ਮਦਰਸ ਘਰ ਜਾ ਕੇ ਆਪਣੇ ਬੱਚਿਆਂ ਨੂੰ ਦੇਖ ਸਕਣ, ਉਹਨਾਂ ਦੀ ਹੋਮ ਸਕੂਲਿੰਗ ਕਰਨ। ਇਸ ਦੇ ਨਾਲ ਕੀ ਹੁੰਦਾ ਹੈ ਕਿ ਬੱਚਾ ਕਦੇ ਵੀ ਪਿੱਛੇ ਨਹੀਂ ਜਾਂਦਾ, ਫਿਰ ਔਟਿਜ਼ਮ 'ਚ ਪ੍ਰੋਗਰੈਸ ਬੜੀ ਹੁੰਦੀ ਹੈ। ਅਤੇ ਅਸੀਂ ਕੁਝ ਆਲਮੋਸਟ 300+ ਫੈਮਲੀਜ਼ ਨੂੰ ਟ੍ਰੇਨ ਕਰ ਚੁੱਕੇ ਹਾਂ ਅਤੇ ਅੱਗੇ ਹੋਰ ਕਰਦੇ ਜਾ ਰਹੇ ਹਾਂ। ਅੰਜਲੀ ਜੀ, ਜੇਕਰ ਗੱਲ ਕਰੀਏ ਆਪਾਂ ਇੰਡੀਆ ਦੇ ਵਿੱਚ ਨਾ ਇੱਕ ਬਹੁਤ ਵੱਡੀ ਚੀਜ਼ ਆ ਜਾਂਦੀ ਹੈ ਕਿ ਜਿਹੜੇ ਪੇਰੈਂਟਸ ਨੇ ਉਹ ਮੰਨਦੇ ਨਹੀਂ ਕਿ ਸਾਡੇ ਬੱਚੇ ਨੂੰ ਕੋਈ ਸਾਈਕੋਲੋਜੀਕਲ ਸਟੇਟ ਫੇਸ ਕਰਨੀ ਪੈ ਰਹੀ ਹੋਊਗੀ, ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਸਾਈਕੋਲੋਜੀ ਇੱਕ ਟਰਮ ਹੀ ਡਿਫਰੈਂਟ ਆ ਗਈ, ਅਸੀਂ ਆਪਣੇ ਬੱਚੇ ਨੂੰ ਕਿਸ ਤਰੀਕੇ ਨਾਲ ਉਹਦੇ ਵਿੱਚ ਕਹਿ ਦਈਏ, ਕੰਸੀਡਰ ਕਰ ਦਈਏ। ਬਹੁਤ ਸਾਰੀਆਂ ਔਖੀਆਂ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪਈਆਂ ਹੋਊਗੀਆਂ, ਬਹੁਤ ਸਾਰੇ ਸਵਾਲ ਤੁਹਾਡੇ ਤੱਕ ਆਏ ਹੋਣਗੇ ਲੋਕਾਂ ਦੇ। ਕਿੱਦਾਂ ਦੇ ਸਵਾਲ ਆਉਂਦੇ ਆ ਤੁਹਾਡੇ ਕੋਲ? ਬਿਲਕੁਲ। ਪਹਿਲਾਂ ਆਪਣੇ ਬੱਚੇ ਦੀ ਜੇ ਗੱਲ ਕਰੀਏ ਤਾਂ ਲੋਕਾਂ ਨੂੰ ਬਹੁਤ ਸਮਝਾਉਣਾ ਪਿਆ, ਬਟ ਮੈਂ ਆ ਵੀ ਦੇਖਿਆ ਕਿ ਜਦੋਂ ਸਮਝਾਉਣ ਚੱਲੀਏ ਤਾਂ ਲੋਕ ਸਮਝ ਵੀ ਜਾਂਦੇ ਆ, ਸਪੋਰਟ ਵੀ ਮਿਲਦੀ ਹੈ। ਅਤੇ ਸਾਨੂੰ ਇਹ ਸਭ ਦੇਖਣ ਨੂੰ ਮਿਲਿਆ ਜਲੰਧਰ ਦੇ ਵਿੱਚ, ਕਿਉਂਕਿ ਜਲੰਧਰ ਇੱਕ ਅਰਬਨ ਸਿਟੀ ਹੈ। ਬਟ ਜਲੰਧਰ ਦੇ ਬਾਹਰ ਪੇਰੈਂਟਸ ਜਦੋਂ ਆਉਂਦੇ ਹੈ, ਸਭ ਤੋਂ ਪਹਿਲਾਂ ਇਹੀ ਚੀਜ਼ ਹੁੰਦੀ ਹੈ, ਅਸੀਂ ਛੁਪਾਈਏ, ਕਿਸੇ ਨੂੰ ਨਹੀਂ ਦੱਸਣਾ। ਜਿੱਦਾਂ ਤੁਸੀਂ ਕਹਿੰਦੇ ਹੋ, ਇੱਕ ਕਿਸੇ ਵੀ ਸਾਈਕੋਲੋਜੀਕਲ ਕੰਡੀਸ਼ਨ ਦੇ ਨਾਲ ਇੱਕ ਸ਼ਰਮ ਜੁੜੀ ਹੁੰਦੀ ਹੈ। ਅਤੇ ਇਨਫੈਕਟ ਅਸੀਂ ਤਦੇ ਨਾਮ ਵੀ ਆਪਣੀ ਸੰਸਥਾ ਦਾ ਸੋਚ ਰੱਖਿਆ ਕਿ ਸੋਚ ਬਦਲਣੀ ਹੈ, ਕਿਉਂਕਿ ਹਰ ਇੱਕ 'ਚ ਇੱਕ ਸ਼ਮਤਾ ਹੈਗੀ, ਉਹ ਸ਼ਮਤਾ ਅਸੀਂ ਲੱਭਣੀ ਹੈ, ਅੱਗੇ ਟ੍ਰੇਨਿੰਗ ਕਰਨੀ ਹੈ। ਬਟ ਡੈਫੀਨੇਟਲੀ ਜੇ ਹੋਰ ਮੈਂ ਸਵਾਲਾਂ ਦੀ ਗੱਲ ਕਰਾਂ ਤਾਂ ਕਈ ਵਾਰੀ ਲੋਕ ਇਸ ਬਿਲੀਫ ਨਾਲ ਵੀ ਆਉਂਦੇ ਹੈ ਕਿ ਨਹੀਂ, ਟ੍ਰੇਨਿੰਗ ਨਾਲ ਨਹੀਂ ਬੱਚਾ ਠੀਕ ਹੋਏਗਾ, ਸਾਡੇ ਕੋਈ ਗੁਰੂ ਜੀ ਜਿੱਦਾਂ ਉਹਨਾਂ ਦੇ ਨਾਲ ਠੀਕ ਹੋ ਜਾਏਗਾ, ਜਾਂ ਟਾਈਮ ਨਾਲ ਠੀਕ ਹੋ ਜਾਏਗਾ। ਇਹ ਬੜੀ ਇੱਕ ਡੇਂਜਰਸ ਥੋਟ ਹੈ, ਕਿਉਂਕਿ ਜਿਹੜੀ ਇਹ ਟਾਈਮ ਵਾਲੀ ਗੱਲ ਹੈ ਉਹਦੇ ਨਾਲ ਬਹੁਤ ਇੰਪੋਰਟੈਂਟ ਜਿਹੜਾ ਸਾਡਾ ਟ੍ਰੇਨਿੰਗ ਟਾਈਮ ਹੈ ਉਹ ਪਿੱਛੇ ਰਹਿ ਜਾਂਦਾ ਹੈ। ਅਤੇ ਇਹ ਜਿਹੜਾ ਥੋਟ ਪ੍ਰੋਸੈਸ ਹੈ, ਇਹਨੂੰ ਬਦਲਣ 'ਚ ਅਸੀਂ ਬਹੁਤ ਐਫਰਟ ਕੀਤਾ ਹੈ। ਅਸੀਂ ਪੂਰਾ ਆਪਣਾ ਦਿਲੋਂ ਜਾਨ ਇਸੇ ਚੀਜ਼ 'ਚ ਲਾਤੀ ਹੈ ਕਿ ਕੋਈ ਸ਼ਰਮ ਨਹੀਂ। ਹੁਣ ਸਾਡੇ ਬੱਚੇ ਖਾਸ ਹੈ ਐਂਡ ਇਹਨਾਂ ਦੇ ਵਿੱਚ ਬਹੁਤ ਸ਼ਮਤਾ ਹੈ। ਜਿਹੜੀ ਸੋਚ ਦੀ ਟੈਗਲਾਈਨ ਹੈ ਉਹ
ਕਹਿੰਦੀ ਇਹੀ ਹੈ ਕਿ ਜੇ ਸੋਚ ਹੈ ਤੇ ਸ਼ਮਤਾ ਹੈ, ਤੇ ਜੇ ਅਸੀਂ ਸ਼ਮਤਾ ਲੱਭਣ ਚੱਲੀਏ ਤੇ ਬਹੁਤ ਸ਼ਮਤਾ ਹੈ, ਬਹੁਤ ਕੰਮ ਕਰਦੇ ਹੈ। ਐਂਡ ਆਈ ਥਿੰਕ ਜਿਹੜੀ ਸਪੈਸ਼ਲੀ ਸਾਡੇ ਨਾਲ ਅਟੈਚਡ ਫੈਮਲੀਜ਼ ਹੈ, ਅਸੀਂ ਉਹਨਾਂ ਨੂੰ ਇਹ ਪੋਜ਼ਿਟਿਵ ਤਰੀਕੇ ਨਾਲ ਹੀ ਐਕਸਪਲੇਨ ਕਰਦੇ ਹਾਂ। ਇਹ ਵੀ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਾਡੇ ਗਾਈਡਸ ਹੋਣ ਉਹ ਪੋਜ਼ਿਟਿਵ ਰਸਤਾ ਦਿਖਾਣ, ਕਿਉਂਕਿ ਕੁਝ ਫੈਮਲੀਜ਼ ਜਦੋਂ ਸਾਡੇ ਕੋਲ ਆਈਆਂ ਇਟ ਵਾਸ ਵੈਰੀ ਸੈਡ ਕਿ ਉਹ ਕਿਸੇ ਮੈਡੀਕਲ ਪ੍ਰੋਫੈਸ਼ਨਲ ਤੋਂ ਹੀ ਮਿਲ ਕੇ ਆਈਆਂ, ਬਟ ਉਹ ਮੈਡੀਕਲ ਪ੍ਰੋਫੈਸ਼ਨਲ ਨੇ ਉਹਨਾਂ ਨੂੰ ਅੱਗੇ ਕਹਿਤਾ ਕੋਈ ਹੋਪ ਹੀ ਨਹੀਂ ਹੈ। ਇਨਫੈਕਟ ਮੇਰੇ ਡਾਕਟਰ ਨੇ ਮੈਨੂੰ ਆ ਗੱਲ ਕਹੀ ਸੀ ਕਿ ਤੁਹਾਡੇ ਬੱਚੇ ਲਈ ਕੋਈ ਹੋਪ ਨਹੀਂ ਹੈ। ਹੋਪ ਹੈ, ਬਹੁਤ ਇੱਕ ਅਲੱਗ ਰਸਤਾ ਹੈ, ਲੇਕਿਨ ਬਹੁਤ ਅੱਛਾ ਤੇ ਬਿਊਟੀਫੁਲ ਰਸਤਾ ਹੈ ਅੱਗੇ ਜਾ ਕੇ, ਤੇ ਇਹ ਹੋਪ ਹਮੇਸ਼ਾ ਰੱਖਣੀ ਹੈ ਉਹਨਾਂ ਲਈ। ਅਸੀਂ ਸੋਚਣਾ ਹੈ ਕਿ ਕੀ ਚੀਜ਼ ਉਹਨਾਂ ਨੂੰ ਅੱਛੀ ਲੱਗਦੀ ਹੈ, ਉਹਦੇ ਵਿੱਚ ਉਹ ਐਕਸਲੈਂਟ। ਇਨਫੈਕਟ ਇਸ ਦੁਨੀਆ ਦੇ ਬਹੁਤ ਇੰਟੈਲੀਜੈਂਟ ਲੋਕੀ ਜਿਹੜੇ ਸੀਗੇ, ਜਿਹੜੇ ਜੀਨੀਅਸ ਸਾਇੰਟਿਸਟ ਸੀਗੇ, ਉਹਨਾਂ ਨੂੰ ਆਟਿਜ਼ਮ ਸੀਗਾ। ਜਿੱਦਾਂ ਕਹਿੰਦੇ ਸੀ ਆਇਨਸਟਾਈਨ ਨੂੰ ਆਟਿਜ਼ਮ ਸੀਗਾ, ਬਿਲ ਗੇਟਸ ਨੂੰ ਆਟਿਜ਼ਮ, ਤੇ ਇਹ ਤਾਂ ਸਾਰੇ ਜੀਨੀਅਸ ਲੋਕੀ ਨੇ। ਤੇ ਸਾਡੇ ਬੱਚਿਆਂ 'ਚ ਵੀ ਕੋਈ ਸ਼ਮਤਾ ਹੈ, ਅਸੀਂ ਉਹਨੂੰ ਲੱਭਣਾ, ਉਹਨੂੰ ਦੇਖਣਾ ਤੇ ਉਹਨਾਂ ਨੂੰ ਅੱਗੇ ਟ੍ਰੇਨ ਕਰਨਾ। ਮੈਮ, ਜਿਸ ਵਕਤ ਅਸੀਂ ਗੱਲ ਕਰਦੇ ਹਾਂ, ਇਹ ਬੱਚਿਆਂ ਨਾਲ ਡੀਲ ਕਿਸ ਤਰੀਕੇ ਨਾਲ ਕਰਦੇ ਹੋ? ਕਿਉਂਕਿ ਹੁਣੇ ਵੀ ਅਸੀਂ ਦੇਖ ਰਹੇ ਸੀਗੇ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਕੁਝ ਬੱਚਿਆਂ ਨਾਲ ਮਿਲਣ ਦੀ, ਤੇ ਤੁਸੀਂ ਉਹਨਾਂ ਨੂੰ ਇੱਕ ਤਸਵੀਰ ਖਿੱਚ ਕੇ ਪਾਈ ਕਿ ਉਹਨਾਂ ਨੂੰ ਉਹਨਾਂ ਦਾ ਮੈਂਟਲ ਸਟੇਬਲ ਜਿਹਾ ਉਹਨਾਂ ਦਾ ਰਹੇ, ਕਿ ਉਹਨਾਂ ਨੂੰ ਪਤਾ ਰਹੇ ਕਿਸ ਤਰੀਕੇ ਨਾਲ ਉਹਨਾਂ ਦੇ ਨਾਲ ਇਸ ਚੀਜ਼ਾਂ ਸਟੇਜਸ ਦੇਖਦੇ ਰਹਿੰਦੇ ਹੋ ਤੇ ਉਹਨਾਂ ਨਾਲ ਡੀਲ ਕਰਦੇ ਹੋ। ਤੇ ਪਹਿਲੀ ਗੱਲ ਤਾਂ ਆਈ ਰੀਅਲੀ ਅਪਰੀਸ਼ੀਏਟ ਕਿ ਤੁਹਾਡੀ ਟੀਮ ਨੇ ਇੰਨਾ ਕੋਆਪਰੇਟ ਕੀਤਾ ਸਾਡੇ ਨਾਲ। ਬਟ ਆਟਿਜ਼ਮ ਦਾ ਅਸੀਂ ਕਹਿੰਦੇ ਇੱਕ ਬਹੁਤ ਬਿਊਟੀਫੁਲ ਚੀਜ਼ ਮੈਂ ਆਪਣੀ ਟ੍ਰੇਨਿੰਗ ਸਿੱਖੀ ਕਿ ਆਟਿਜ਼ਮ ਦੀ ਆਪਣੀ ਸੱਭਿਅਤਾ ਹੈ, ਜਿੱਦਾਂ ਤੁਹਾਡੀ ਤਾਂ ਮੇਰੀ ਹੈਗੀ। ਜੇ ਸਾਨੂੰ ਕੋਈ ਆਪਣੀ ਸੱਭਿਅਤਾ ਤੋਂ ਬਾਹਰ ਖਿੱਚੇ, ਵੀ ਵਿਲ ਬੀ ਵੈਰੀ ਅਪਸੈਟ। ਆਪਾਂ ਡਿਪਰੈਸ ਹੋ ਜਾਵਾਂਗੇ, ਜ਼ਿਆਦਾ ਦੇਰ ਉਸ ਨਈ ਚੀਜ਼ 'ਚ ਅਸੀਂ ਨਹੀਂ ਰਹਿ ਪਾਵਾਂਗੇ। ਇੱਦਾਂ ਹੀ ਆਟਿਜ਼ਮ ਹੈ, ਉਹਨਾਂ ਦੀ ਆਪਣੀ ਸੱਭਿਅਤਾ ਹੈ। ਉਹਨਾਂ ਨੂੰ ਪਸੰਦ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਤੋਂ ਇਨਫੋਰਮੇਸ਼ਨ ਹੋਵੇ, ਉਹਨਾਂ ਦਾ ਕਮਿਊਨੀਕੇਟ ਕਰਨ ਦਾ ਜਾਂ ਬਾਤਚੀਤ ਕਰਨ ਦਾ ਇੱਕ ਆਪਣਾ ਤਰੀਕਾ ਹੈਗਾ। ਜੇ ਅਸੀਂ ਵੀ ਉਹ ਤਰੀਕਾ ਸਿੱਖ ਲੈਣ ਤੇ ਫਿਰ ਬਹੁਤ ਅੱਛੀ ਹਾਰਮੋਨੀਅਸ ਲਿਵਿੰਗ ਰਹਿ ਸਕਦੀ ਹੈ। ਲੇਕਿਨ ਜਦੋਂ ਅਸੀਂ ਉਹਨਾਂ ਨੂੰ ਕਿਸੇ ਵੀ ਚੀਜ਼ ਲਈ ਫੋਰਸ ਕਰਨ ਦੀ ਕੋਸ਼ਿਸ਼ ਕਰੀਏ, ਉਹ ਬਹੁਤ ਡੈਟਰੀਮੈਂਟਲ ਹੁੰਦਾ ਹੈ। ਮੀਨਸ ਉਹਦੇ 'ਚ ਅਸੀਂ ਜ਼ਰੂਰ ਦੇਖਾਂਗੇ ਕਿ ਦੈਨ ਫਿਰ ਉਹਨਾਂ ਦੀ ਬੈਕ ਸਲਾਈਡ ਹੁੰਦੀ ਹੈ ਜਾਂ ਫਿਰ ਉਹ ਆਪਣੀ ਦੁਨੀਆ 'ਚ ਬੰਦ ਹੋ ਜਾਂਦੇ ਹੈ। ਸੋ ਇਨਫੈਕਟ ਬਹੁਤ ਬਿਊਟੀਫੁਲ, ਬਹੁਤ ਆਸਾਨ ਹੈ, ਕਿਉਂਕਿ ਕਈ ਵਾਰੀ ਤਾਂ ਸਾਡੀ ਪਲੈਨਿੰਗ ਥੈਂਕਸ ਟੂ ਸਾਡੇ ਬੱਚਿਆਂ ਕਾਰਨ ਹੋ ਜਾਂਦੀ ਹੈ। ਬਿਕੋਜ਼ ਸਾਨੂੰ ਪਤਾ ਉਹਨਾਂ ਨੂੰ ਪਲੈਨਿੰਗ ਪਸੰਦ ਹੈ, ਅਸੀਂ ਆਪਣੀ ਲਾਈਫ ਨੂੰ ਬੜਾ ਪਲੈਨਡ ਰੱਖਦੇ ਹਾਂ, ਅਤੇ ਫਿਰ ਦੈਨ ਦੈਟ ਇਜ਼ ਵੈਰੀ ਬਿਊਟੀਫੁਲ। ਸੋ ਜੇ ਮੈਂ ਛੋਟੀ ਮੋਟੀ 2-3 ਪੁਆਇੰਟਸ ਤੁਹਾਨੂੰ ਦੱਸਾਂ, ਸਰਪ੍ਰਾਈਜ਼ਸ ਨਹੀਂ ਜ਼ਿਆਦਾ ਪਸੰਦ। ਜਿੱਦਾਂ ਮੈਂ ਕਿਹਾ, ਕਮਿਊਨੀਕੇਸ਼ਨ ਕਰਨ ਦਾ ਤਰੀਕਾ ਜਿਹੜਾ ਹੈਗਾ, ਸਿੰਪਲ ਪਲੇਨ ਗੱਲ ਕਰੋ। ਕੋਈ ਜ਼ਿਆਦਾ ਲੰਬੀ ਚੌੜੀ ਗੱਲ ਨਾ ਕਰੋ, ਉਹ ਬੜੇ ਆਰਾਮ ਨਾਲ ਸਮਝ ਜਾਂਦੇ ਹੈ। ਜੇ ਸਾਨੂੰ ਕਿਸੇ ਬੱਚੇ ਨੂੰ ਥੋੜ੍ਹੀ ਆਵਾਜ਼ ਨਾਲ ਤੰਗੀ ਹੈ ਜਾਂ ਲਾਈਟ ਨਾਲ ਤੰਗੀ ਹੈ, ਮੇ ਬੀ ਅਸੀਂ ਮੈਨੇਜ ਕਰ ਸਕਦੇ ਹਾਂ। ਉਹਨਾਂ ਕੋਲ ਹੈਡਫੋਨਸ ਹੁੰਦੇ ਆ, ਉਹਨਾਂ ਨੂੰ ਇਨਕਰੇਜ ਕਰੋ ਕਿ ਆਪ ਆ ਕੇ ਸਾਡੇ ਨਾਲ ਬੈਠ ਜਾਓ, ਅਤੇ ਦੈਨ ਦੇ ਮੈਨੇਜ ਵੈਰੀ ਵੈਲ। ਸੋ ਜਸਟ ਐਜ਼ ਲੌਂਗ ਐਜ਼ ਸਾਨੂੰ ਸਮਝ ਹੋਏ ਕਿ ਉਹਨਾਂ ਦੀ ਕੀ ਕੰਡੀਸ਼ਨ ਹੈ, ਦੈਨ ਦੇ ਆਰ ਏਬਲ ਟੂ ਫੰਕਸ਼ਨ ਵੈਰੀ ਵੈਲ। ਮੈਮ, ਇੱਥੇ ਹੀ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਜਿਸ ਸ਼ੁਰੂਆਤ ਕੀਤੀ ਸੀ, ਅੱਜ ਇੰਨੇ ਅੱਗੇ ਤੱਕ ਚਲੇ ਗਏ, ਠੀਕ ਹੈ, ਅੱਗੇ ਵੀ ਹੁਣ ਅਸੀਂ ਦੇਖਿਆ ਪਿੱਛੇ ਕੋਵਿਡ-19 ਦਾ ਦੌਰ ਆਇਆ, ਉਸ ਵਕਤ ਕਿਸ ਤਰੀਕੇ ਨਾਲ ਇਹ ਬੱਚਿਆਂ ਨਾਲ ਤੁਸੀਂ ਆਪਣਾ ਰਾਬਤਾ ਕਾਇਮ ਰੱਖਿਆ, ਕਿਸ ਤਰੀਕੇ ਨਾਲ ਬੱਚਿਆਂ ਦੇ ਨਾਲ ਜੁੜੇ ਰਹੇ? ਕਿਉਂਕਿ ਉਹ ਬੱਚਿਆਂ ਦੇ ਨਾਲ ਜੁੜਨਾ ਜੇਕਰ ਇਨੀਸ਼ੀਅਲੀ ਔਖਾ ਹੈਗਾ, ਤਾਂ ਉਹਨੂੰ ਮੇਨਟੇਨ ਕਰਕੇ ਰੱਖਣਾ ਵੀ ਔਖਾ ਹੈਗਾ ਆ। ਡੈਫੀਨੇਟਲੀ, ਬਟ ਵੀ ਆਰ ਵੈਰੀ ਪ੍ਰਾਊਡ ਐਟ ਸੋਚ, ਬਿਕੋਜ਼ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਸਾਡਾ ਫੋਕਸ ਹਮੇਸ਼ਾ ਫੈਮਿਲੀ ਦੀ ਟ੍ਰੇਨਿੰਗ ਵੀ ਰਿਹਾ ਹੈ। ਅਤੇ ਜਿਸ ਆਈ ਥਿੰਕ ਪਹਿਲੇ 2 ਹਫ਼ਤਿਆਂ 'ਚ ਹੀ 2020 'ਚ ਜਦੋਂ ਪਤਾ ਲੱਗਿਆ ਕਿ ਹੁਣ ਇਹ ਚੀਜ਼ ਥੋੜ੍ਹੀ ਦੇਰ ਚੱਲਣ ਲੱਗੀ ਹੈ, ਅਤੇ ਪਹਿਲੀ ਚੀਜ਼ ਅਸੀਂ ਕੀ ਕੀਤੀ, ਸਾਡੇ ਔਨਲਾਈਨ ਸੈਸ਼ਨਸ ਅਸੀਂ ਔਰਗਨਾਈਜ਼ ਕਰ ਲਏ। ਇਹ ਔਨਲਾਈਨ ਸੈਸ਼ਨ ਸਿਰਫ ਪੇਰੈਂਟਸ ਲਈ ਸੀ। ਸੋ ਜਿਹੜੀ ਟ੍ਰੇਨਡ ਫੈਮਿਲੀ ਸੀ, ਉਹਨਾਂ ਨੂੰ ਇਮੀਡੀਏਟਲੀ ਪਤਾ ਲੱਗਿਆ ਹੁਣ ਘਰ ਦਾ ਮਾਹੌਲ ਕੀ ਕਰਨਾ ਅਤੇ ਬੱਚੇ ਨੂੰ ਕਿੱਦਾਂ ਸਮਝਾਉਣਾ ਹੈ, ਜੇ ਉਹਨਾਂ ਨੂੰ ਪ੍ਰੀਪੇਅਰ ਕਰ ਲਿਆ ਜਾਏ। ਅਤੇ ਆਈ ਐਮ ਵੈਰੀ ਪ੍ਰਾਊਡ ਟੂ ਸੇ ਕਿ ਵਿਦਿਨ ਅ ਮੰਥ ਸਾਡੇ ਬੱਚੇ ਘਰ ਸੈਟਲ ਸੀ, ਸਾਰੇ ਰੂਲਸ ਫੋਲੋ ਕਰ ਰਹੇ ਸੀ, ਉਹਨਾਂ ਨੂੰ ਸਮਝ ਆ ਗਈ ਸੀ ਹੁਣ ਆਊਟਿੰਗ ਵੀ ਬੰਦ ਹੈ। ਮੀਨਸ ਬਾਹਰ ਤੱਕ ਵੀ ਨਹੀਂ ਜਾਣਾ, ਸੜਕ ਤੱਕ ਵੀ ਨਹੀਂ ਜਾਣਾ। ਇਨਫੈਕਟ ਜੇ ਮੈਂ ਆਪਣੇ ਬੇਟੇ ਦੀ ਤੁਹਾਨੂੰ ਗੱਲ ਦੱਸਾਂ, ਤਾਂ ਸਾਡੇ ਤੋਂ ਜ਼ਿਆਦਾ ਸਟ੍ਰਿਕਟ ਹੈ ਆਪਣਾ ਮਾਸਕ ਪਾਉਣ 'ਚ, ਆਪਣੇ ਹੈਂਡ ਸੈਨੀਟਾਈਜ਼ ਕਰਨ 'ਚ। ਬਾਹਰ ਵੀ ਨਹੀਂ ਜਾਂਦਾ ਇਹ ਕਹਿ ਕੇ ਕਿ ਬਾਹਰ ਕਰੋਨਾ ਵਾਇਰਸ ਹੈ। ਸੋ ਉਹਨਾਂ ਦੀ ਖਾਸੀਅਤ ਇਹ ਹੈ ਕਿ ਜੇ ਪ੍ਰਿਪੇਅਰ ਕਰ ਦਿਆ ਜਾਏ ਅਤੇ ਜੇ ਐਕਸਪਲੇਨ ਕਰ ਦਿੱਤਾ ਜਾਏ, ਦੇ ਆਰ ਦ ਮੋਸਟ ਡਿਸਿਪਲਿਨਡ ਪੀਪਲ।
ਐਂਡ ਮੈਨੂੰ ਬੜੀ ਖੁਸ਼ੀ ਹੋਈ ਬਿਕੋਜ਼ ਵਿਦਿਨ 2-3 ਮਹੀਨੇ ਨਾਲ ਅਸੀਂ ਨੈਸ਼ਨਲ ਸੈਂਟਰ ਦੇ ਨਾਲ ਟਾਈ ਅਪ ਕਰਕੇ ਅਸੀਂ ਆਪਣੀ ਟੀਮ ਦੀ ਵੀ ਟ੍ਰੇਨਿੰਗ ਕਰ ਲਈ ਸੀ। ਜਿੱਦਾਂ ਹੀ ਟੀਮ ਦੀ ਟ੍ਰੇਨਿੰਗ ਹੋਈ ਅਸੀਂ ਆਪਣੀ ਟ੍ਰੇਨਿੰਗਸ ਵਾਪਸ ਸ਼ੁਰੂ ਕਰ ਲਈਆਂ ਸੀ। ਜਿਹੜੇ ਨਵੇਂ ਪੇਰੈਂਟਸ ਵੀ ਜੁਆਇਨ ਕਰ ਰਹੇ ਸੀ ਬਿਕੋਜ਼ ਆਪਾਂ ਆਪਣੀ ਟ੍ਰੇਨਿੰਗ ਸਟਾਪ ਨਹੀਂ ਕੀਤੀਆਂ। ਜਿਹੜੇ ਨਵੇਂ ਪੇਰੈਂਟਸ ਵੀ ਜੁਆਇਨ ਕਰ ਰਹੇ ਸੀ ਉਹ ਇੰਨੇ ਹੈਰਾਨ ਹੋਏ ਕਿ ਜਿਹੜਾ ਬੱਚਾ ਮੈਂ ਪਹਿਲਾਂ ਸਾਂਭ ਨਹੀਂ ਸਕਦੀ ਸੀ ਉਹ ਇੱਕ ਹਫ਼ਤੇ 'ਚ ਕੁਰਸੀ ਤੇ ਬੈਠ ਰਿਹਾ ਹੈ, ਗੱਲ ਸੁਣ ਰਿਹਾ ਹੈ, ਘਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਹੈ। ਬਿਕੋਜ਼ ਇਟ ਇਜ਼ ਆਲ ਜਸਟ ਅਬਾਊਟ ਅੰਡਰਸਟੈਂਡਿੰਗ ਕਿ ਉਹ ਕਿੱਦਾਂ ਕੰਮ ਕਰਦੇ ਹੈ, ਉਹਨਾਂ ਨੂੰ ਕਿੱਦਾਂ ਗੱਲ ਸਮਝ ਆਉਂਦੀ ਹੈ। ਜੇ ਸਾਨੂੰ ਸਮਝ ਆ ਜਾਏ ਤਾਂ ਫਿਰ ਇਟਸ ਨਾਟ ਅ ਪ੍ਰੋਬਲਮ ਐਟ ਆਲ। ਤੇ ਇਨਫੈਕਟ ਮੈਂ ਤਾਂ ਆ ਦੇਖਿਆ ਸੀ ਕਿ ਜਿਹੜੇ ਟਿਪੀਕਲ ਲੋਕ ਵੀ ਸੀ ਉਹ ਡਿਪਰੈਸ ਹੋ ਰਹੇ ਸੀ, ਜਦਕਿ ਸਾਡੇ ਬੱਚੇ ਇੰਨਾ ਉਹਨਾਂ ਨੇ ਕੰਮ ਕੀਤਾ, ਰੈਗੂਲਰ ਕਲਾਸਿਸ ਚੱਲ ਰਹੀਆਂ ਸੀ, ਪੇਰੈਂਟਸ ਵਰ ਵੈਰੀ ਹੈਪੀ। ਪਿਛਲੇ 2-3 ਸਾਲ 'ਚ ਇੰਨੇ ਸਾਡੇ ਬੱਚੇ ਰੀਡਿੰਗ ਰਾਈਟਿੰਗ 'ਚ ਮਤਲਬ ਜਿਨ੍ਹਾਂ ਦੇ ਸ਼ੈਡਿਊਲ ਛਲੇ ਸ਼ੁਰੂ ਹੋਣਾ ਸੀ ਸਭ ਹੋ ਗਿਆ, ਦੇयर ਵਾਸ ਨੋ ਸਟਾਪ। ਤੇ ਕੋਸ਼ਿਸ਼ ਜ਼ਰੂਰ ਕਰਾਂਗੇ ਤੁਹਾਡੀ ਮੁਲਾਕਾਤ ਉਹਨਾਂ ਬੱਚਿਆਂ ਦੇ ਨਾਲ ਕਰਵਾਉਣ ਦੀ ਜਿਹੜੇ ਸੋਚ ਦੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਪੇਰੈਂਟਸ ਦੇ ਨਾਲ ਵੀ ਗੱਲਬਾਤ ਤੁਹਾਡੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਸ ਸੋਚ ਦੇ ਨਾਲ ਅੱਗੇ ਵੱਧ ਰਹੇ ਨੇ ਤੇ ਆਪਣੇ ਬੱਚਿਆਂ ਦਾ ਜਿਹੜਾ ਇੱਕ ਪਿਲਰ ਹੈਗਾ ਆ ਉਹ ਬਣ ਕੇ ਅੱਗੇ ਚੱਲ ਰਹੇ ਨੇ। ਮੈਮ, ਜੇਕਰ ਤੁਹਾਡੇ ਤੋਂ ਮੈਂ ਆਖਿਰ ਦੇ ਵਿੱਚ ਇੱਕ ਸੰਦੇਸ਼ ਲਵਾਂ, ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਬਸ ਇਹੀ ਸੰਦੇਸ਼ ਦੇਵਾਂਗੀ ਕਿ ਜੇ ਸੋਚ ਹੈ ਤੇ ਸ਼ਮਤਾ ਹੈ ਐਂਡ ਬਿਲੀਵ ਕਰੋ। ਪੇਰੈਂਟਸ ਨੂੰ ਇਹ ਕਹਾਂਗੀ ਕਿ ਪਲੀਜ਼ ਬੱਚਿਆਂ ਦੇ ਵਿੱਚ ਬਿਲੀਵ ਕਰੋ, ਉਹ ਸਭ ਕੁਝ ਕਰ ਸਕਦੇ, ਇੱਦਾਂ ਦੀ ਕੋਈ ਚੀਜ਼ ਨਹੀਂ ਜੋ ਆਟਿਜ਼ਮ ਦਾ ਬੱਚਾ ਨਹੀਂ ਕਰ ਸਕਦਾ। ਤੇ ਬਾਕੀਆਂ ਨੂੰ ਇਹ ਕਹਾਂਗੀ ਕਿ ਪਲੀਜ਼ ਆਟਿਜ਼ਮ ਨੂੰ ਸਮਝੋ। ਜੇ ਸਮਝੋਗੇ ਤੇ ਉਹ ਤੁਹਾਡੇ ਬੈਸਟ ਫਰੈਂਡਸ, ਤੁਹਾਡੇ ਮੋਸਟ ਲਵੇਬਲ ਕੰਪੈਨੀਅਨਸ ਵੀ ਬਣ ਸਕਦੇ ਨੇ। ਇਹੀ ਇੱਕ ਸੰਦੇਸ਼ ਹੈਗਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਸੋ ਮਚ।